ਨਾਵਲ ਰੂਪਧਾਰਾ, ਨਾਵਲਕਾਰ ਜਸਵੰਤ ਸਿੰਘ ਕੰਵਲ। ਕਾਂਡ 2 ਦਾ ਭਾਗ 3। ਫਰਵਰੀ ਦੇ ਮੁੱਕਦੇ ਦਿਨਾਂ ਦੀ ਇੱਕ ਸ਼ਾਮ ਸੀ। ਮਨਮੋਹਨ ਸਵੰਤ ਨੂੰ ਲੈਣ ਆ ਗਿਆ। ਜਦ ਜਗਰੂਪ ਉਸ ਨੂੰ ਬੈਠਕ 'ਚ ਸਤਿ ਸ਼੍ਰੀ ਅਕਾਲ ਆਖਣ ਗਈ, ਦੇਵਨੇਤ ਉਹ ਇਕੱਲਾ ਕੌਚ ਵਿੱਚ ਧਸਿਆ ਬੈਠਾ ਸੀ। ਜਗਰੂਪ ਨੂੰ ਵੇਖਦਿਆਂ ਹੀ ਉਸ ਦੇ ਜਜ਼ਬਾਤ ਮੁਸਕਾ ਪਏ। ਜਗਰੂਪ, ਤੈਨੂੰ ਮੇਰੇ ਨਾਲ ਕੋਈ ਗੁੱਸਾ ਏ? ਇਸੇ ਕਰਕੇ ਤੂੰ ਸਿੱਧੇ ਮੂੰਹ ਨਹੀਂ ਬੁਲਾਉਂਦੀ। ਮਨਮੋਹਨ ਦੇ ਆਖਣ ਵਿੱਚ ਨਰਮੀ ਅਤੇ ਨਿਹੋਰਾ ਘੁਲੇ ਮਿਲੇ ਸਨ। ਨਹੀਂ ਜੀਜਾ ਜੀ, ਇਹ ਕਿਵੇਂ ਹੋ ਸਕਦਾ ਹੈ? ਜਗਰੂਪ ਨੇ ਉਸ ਦੀਆਂ ਅੱਖਾਂ ਤੋਂ ਬਚਣ ਲਈ ਨੀਵੀਂ ਪਾ ਲਈ। ਮੈਂ ਤੁਹਾਡੇ ਲਈ ਚਾਹ ਬਣਾਉਂਦੀ ਹਾਂ। ਉਸ ਵਾਪਸ ਜਾਣ ਲਈ ਇੱਕ ਕਦਮ ਪੁੱਟਿਆ। ਓਏ ਚਾਹ ਨੂੰ ਮਾਰ ਗੋਲੀ। ਮਨਮੋਹਨ ਕਾਹਲਾ ਪੈ ਗਿਆ। ਸੁਣ ਰੂਪਾ, ਮੈਂ ਸਿਰਫ ਤੇਰਾ ਮਾਰਿਆ ਇੱਥੇ ਬਾਰ-ਬਾਰ ਆਉਂਦਾ ਹਾਂ, ਵਰਨਾ ਸਿਆਣਾ ਤੱਕ ਨਾ। ਤੈਨੂੰ ਮੇਰਾ ਭੋਰਾ ਖਿਆਲ ਨਹੀਂ? 1 ਮਿੰਟ ਰੁਕੀ। ਜਗਰੂਪ ਦਾ ਅੰਦਰ ਪੱਛਿਆ ਗਿਆ। ਉਹ ਉੱਤਰ ਦਿੱਤੇ ਬਿਨਾਂ ਹੀ ਬਾਹਰ ਨਿਕਲ ਗਈ। ਜਿਉਂ ਹੀ ਉਹ ਬਾਹਰ ਨਿਕਲੀ, ਕੰਧ ਨਾਲ ਲੱਗੀ ਸਤਵੰਤ ਉਸ ਨੂੰ ਘੂਰਦੀਆਂ ਨਜ਼ਰਾਂ ਨਾਲ ਤੱਕ ਰਹੀ ਸੀ। ਉਸ ਲਈ ਇਹ ਇੱਕ ਹੋਰ ਨਵੀਂ ਆਫਤ ਸੀ। ਪਿਸਤੌਲ ਦੀ ਗੋਲੀ ਤੋਂ ਉਹ ਬਚ ਆਈ, ਪਰ ਹਿੱਕ ਵਿੱਚ ਲੱਗੀ ਨੰਗੀ ਕਟਾਰ ਤੋਂ ਕਿਵੇਂ ਪਾਸਾ ਵੱਟਦੀ? ਉਹ ਲਰਜ਼ਾ ਖਾਧੇ ਬਿਨਾਂ ਨਾ ਰਹਿ ਸਕੀ। ਸਤਵੰਤ ਦੀ ਤੱਕਣੀ ਤੋਂ ਘਬਰਾ ਕੇ ਉਸ ਦੀ ਇੱਕ ਤਰ੍ਹਾਂ ਹੋਸ਼ ਮਾਰੀ ਗਈ। ਉਹ ਬਿਨਾਂ ਸੋਚੇ ਕੁਆਟਰ ਦੇ ਪਿਛਵਾੜੇ ਚਲੀ ਗਈ। ਕੰਡਿਆਲੀ ਤਾਰ ਦੇ ਨਾਲ ਨਾਲ ਗੁਲਾਬ ਦੀਆਂ ਨਵੀਆਂ ਲਗਰਾਂ ਉੱਠ ਰਹੀਆਂ ਸਨ। ਮੈਂ ਕਿੱਥੇ ਡੁੱਬ ਮਰਾਂ? ਬੇਜੀ ਮਰਨ ਵੀ ਨਹੀਂ ਦਿੰਦੀ। ਉਸ ਅਚਾਨਕ ਰਸੋਈ ਚੋਂ ਸਤਵੰਤ ਦੀ ਤਿੱਖੀ ਤੱਤੀ ਆਵਾਜ਼ ਸੁਣੀ। ਉਸ ਦੇ ਕੰਨ ਖੜੇ ਹੋ ਗਏ ਅਤੇ ਰਸੋਈ ਦੀ ਬਾਰੀ ਲਾਗੇ ਆ ਗਈ। ਇਹ ਬੈਠਕ 'ਚ ਗਈ ਕਿਉਂ? ਜਦ ਅੱਗੋਂ ਪਿੱਛੋਂ ਇਸ ਮੇਰੀ ਸੌਂਕਣੀ ਬਣਨਾ ਏ ਤੇ ਹੁਣੇ ਨਾਲ ਤੁਰ ਜਾਵੇ। ਮੇਰਾ ਤਾਂ ਵਸੇਵਾ ਦਿੰਦਾ ਏ ਜਿਹੋ ਜਿਹਾ ਹੋਣਾ ਏ। ਮੈਨੂੰ ਉਸਦਾ ਚੰਗਾ ਮਾੜਾ ਸਭ ਦਿਸਦਾ ਹੈ। ਤੈਨੂੰ ਭੌਂਕਦੀ ਨੂੰ ਸ਼ਰਮ ਨਹੀਂ ਆਉਂਦੀ? ਬੇਜੀ ਦੇ ਇੰਨੇ ਕਰੜੇ ਬੋਲ ਸੁਣ ਕੇ ਉਹ ਬਾਰੀ ਲਾਗੋਂ ਹਟ ਗਈ, ਪਰ ਆਪਣੇ ਆਪ ਨੂੰ ਰੋਣੋਂ ਨਾ ਰੋਕ ਸਕੀ। ਜੇ ਮੈਂ ਸਤਿ ਸ਼੍ਰੀ ਅਕਾਲ ਆਖਣ ਨਾ ਜਾਂਦੀ, ਫਿਰ ਇਸੇ ਮੂੰਹ ਨਾਲ ਕਹਿਣਾ ਸੀ, ਮੈਂ ਘਰ ਆਏ ਨੂੰ ਦੇਖ ਸਿਖਾਉਂਦੀ ਨਹੀਂ। ਰੱਬਾ, ਇਦੋਂ ਤਾਂ ਮੌਤ ਹੀ ਆ ਜਾਵੇ। ਉਸ ਦੇ ਹੰਝੂ ਇੱਕ ਪਿੱਛੋਂ ਦੂਜਾ ਵਹਿੰਦੇ ਹੀ ਗਏ। ਉਹ ਫਫਕ ਕੇ ਰੋ ਰਹੀ ਸੀ। ਜਦ ਉਸ ਅੱਖਾਂ ਤੋਂ ਹੱਥ ਚੁੱਕੇ ਸੜਕ ਤੋਂ ਦੀ ਲੰਘਦਾ ਇੱਕ ਨੌਜਵਾਨ ਉਸ ਨੂੰ ਵੇਖ ਕੇ ਰੁਕ ਗਿਆ। ਹਾਕੀ ਉਸ ਦੇ ਹੱਥੋਂ ਨਿਕਲ ਕੇ ਸੜਕ ਤੇ ਜਾ ਪਈ। ਉਸ ਹਾਕੀ ਚੁੱਕਦਿਆਂ ਜਗਰੂਪ ਨੂੰ ਪਸੀਜੇ ਦਿਲ ਨਾਲ ਤੱਕਿਆ। ਸ਼ਾਇਦ ਉਹ ਕਿਤੋਂ ਹਾਕੀ ਖੇਡ ਕੇ ਆ ਰਿਹਾ ਸੀ। ਉਸ ਦੀ ਸਫੈਦ ਨਿੱਕਰ ਤੇ ਲਾਲ ਪੱਟੀ ਮੁਸਕਾ ਰਹੀ ਸੀ। ਜਗਰੂਪ ਨੂੰ ਇਉਂ ਜਾਪਿਆ ਜਿਵੇਂ ਉਸ ਦੀਆਂ ਤੱਕਾਂ ਪੁੱਛ ਰਹੀਆਂ ਹਨ, ਤੈਨੂੰ ਕੀ ਦੁੱਖ ਹੈ? ਤੂੰ ਰੋਂਦੀ ਕਿਉਂ ਹੈ? ਹਰ ਦੁਖੀ ਆਦਮੀ ਓਪਰੇ ਤੋਂ ਅਜਿਹੀ ਹੀ ਆਸ ਰੱਖਦਾ ਹੈ। ਜਗਰੂਪ ਉਸ ਜਾਂਦੇ ਨੌਜਵਾਨ ਨੂੰ ਗਿੱਲੀਆਂ ਅੱਖਾਂ ਨਾਲ ਵੇਖਦੀ ਹੀ ਰਹੀ। ਨੌਜਵਾਨ ਨੇ ਕੁਝ ਕਦਮ ਪੁੱਟ ਕੇ ਮੁੜ ਉਸ ਨੂੰ ਵੇਖਿਆ। ਉਹ ਉਸ ਥਾਂ ਹੀ ਅਹਿੱਲ ਖਲੋਤੀ ਸੀ। ਉਸ ਆਮ ਕੁੜੀਆਂ ਵਾਂਗ ਸ਼ਰਮਾ ਕੇ ਪਾਸਾ ਵੀ ਨਾ ਪਰਤਿਆ। ਦਿਨ ਕੁਝ ਇਸ ਤਰ੍ਹਾਂ ਦੀ ਜਕੋ ਤਕੀਆਂ 'ਚ ਬੀਤਦੇ ਰਹੇ। ਜਗਰੂਪ ਨੂੰ ਉਸ ਨੌਜਵਾਨ ਦੀ ਹਮਦਰਦ ਤੱਕਣੀ ਭੁੱਲੀ ਨਹੀਂ ਸੀ। ਕੰਮ ਧੰਦੇ ਵੱਲੋਂ ਵਿਹਲੀ ਹੋ ਕੇ ਜਦੋਂ ਵੀ ਉਹ ਸੋਚਦੀ, ਹੋਰ ਸੋਚਾਂ ਨਾਲ ਉਸ ਨੌਜਵਾਨ ਦੀ ਤੱਕਣੀ ਵੀ ਉਸ ਦੇ ਦਿਲ ਦਿਮਾਗ ਵਿੱਚ ਰੂਪਮਾਨ ਹੋ ਉੱਠਦੀ। ਇੱਕ ਦਿਨ ਉਸ ਦਾ ਜੀਅ ਕੀਤਾ ਉਹ ਪਿਛਵਾੜੇ ਜਾ ਕੇ ਉਸ ਨੂੰ ਲੰਘਦੇ ਨੂੰ ਵੇਖੇ, ਪਰ ਉਸ ਇਸ ਖਾਹਸ਼ ਨੂੰ ਢਾਹ ਸੁੱਟਿਆ। ਉਹ ਸਾਰੀ ਦਿਹਾੜੀ ਸੋਚਦੀ ਰਹੀ, ਉਹ ਨੌਜਵਾਨ ਦੀ ਰਾਹ ਵੇਖੇ ਜਾਂ ਨਾ ਵੇਖੇ। ਇਸ ਵਿੱਚ ਹਰਜੀ ਕੀ ਹੈ? ਮੇਰਾ ਰਾਹ ਜਾਂਦਾ ਲੱਗਦਾ ਹੀ ਕੀ ਹੈ? ਇੱਕ ਸ਼ਾਮ ਉਹ ਜਾਣ ਨਾ ਜਾਣ ਦੇ ਮਾਨਸਿਕ ਘੋਲ 'ਚ ਉਲਝੀ 2 ਵਾਰ ਘਰ ਦੇ ਪਿਛਵਾੜੇ ਗਈ। ਸੜਕ ਉੱਤੋਂ ਦੀ ਹੋਰ ਅਨੇਕਾਂ ਬੰਦੇ ਲੰਘ ਗਏ, ਪਰ ਉਹ ਨੌਜਵਾਨ ਨਾ ਆਇਆ। ਨੌਜਵਾਨ ਬਾਰੇ ਉਸ ਐਵੇਂ ਹੀ ਬੜਾ ਕੁਝ ਕਲਪ ਛੱਡਿਆ ਸੀ। ਉਹ ਪਿਛਵਾੜੇ ਜਾ ਕੇ ਬੜੀ ਛਿੱਤੀ ਪਈ। ਮੈਂ ਉਸ ਨੂੰ ਕਿਉਂ ਉਡੀਕਾਂ? ਵਾਹ, ਮੈਂ ਤਾਂ ਆਪਣਾ ਮਨ ਪਰਚਾਣ ਆਈ ਸੀ। 2 ਦਿਨ ਪਿੱਛੋਂ ਫਿਰ ਅਜਿਹੀ ਹਾਲਤ ਪੈਦਾ ਹੋ ਗਈ ਤੇ ਐਤਕੀਂ ਉਹ ਨੌਜਵਾਨ ਸਮੇਂ ਸਿਰ ਆ ਵੀ ਗਿਆ। ਅੱਜ ਉਹ ਰੋ ਨਹੀਂ ਸੀ ਰਹੀ। ਨੌਜਵਾਨ ਨੂੰ ਦੇਖਦਿਆਂ ਹੀ ਉਸ ਦੀ ਸਫੈਦ ਜਿਲਦ ਇੱਕ ਪਲ ਲਈ ਲਿਸ਼ਕ ਪਈ। ਫਿਰ ਉਸ ਆਪਣੇ ਆਪ ਪਾਸਾ ਪਰਤ ਲਿਆ। ਗੁਲਾਬ ਦੀਆਂ ਉੱਚੀਆਂ ਉੱਠ ਰਹੀਆਂ ਲਗਰਾਂ ਉੱਤੋਂ ਦੀ ਨੌਜਵਾਨ ਨੇ ਉਸ ਨੂੰ ਤੱਕਿਆ।
ਬਾਵਜੂਦ ਪਾਸਾ ਫੇਰ ਲੈਣ ਦੇ ਜਗਰੂਪ ਨੂੰ ਪੂਰੀ ਆਸ ਸੀ ਕਿ ਉਹ ਮੈਨੂੰ ਇੱਕ ਵਾਰ ਹੋਰ ਜ਼ਰੂਰ ਵੇਖੇਗਾ। ਇੱਕ ਵਾਰ ਹੀ ਉਹਨਾਂ ਦੀਆਂ ਨਜ਼ਰਾਂ ਸਾਂਝੀਆਂ ਹੋ ਗਈਆਂ। ਅੱਜ ਇਹਨਾਂ 'ਚ ਹਮਦਰਦੀ ਨਹੀਂ, ਬਿਲਕੁਲ ਠਰੀਆਂ ਠਰੀਆਂ ਨੇ। ਜਗਰੂਪ ਨੇ ਆਪ ਹੀ ਅਨੁਭਵ ਕੀਤਾ। ਸ਼ਾਇਦ ਉਸ ਦੀਆਂ ਨਜ਼ਰਾਂ ਕਹਿ ਰਹੀਆਂ ਹਨ, ਤੈਨੂੰ ਮੇਰੀ ਹਮਦਰਦੀ ਦੀ ਲੋੜ ਨਹੀਂ। ਕੀ ਸੱਚਮੁੱਚ ਮੈਨੂੰ ਹਮਦਰਦੀ ਦੀ ਲੋੜ ਨਹੀਂ? ਪਰ ਉਹ ਹਮਦਰਦੀ ਦੇ ਵੀ ਕੀ ਸਕਦਾ ਹੈ? ਖਬਰੇ ਕੌਣ ਹੈ? ਮੈਂ ਵੀ ਕਮਲੀ ਕੀ ਝੱਲ ਖਿਲਾਰ ਰਹੀ ਹਾਂ। ਜੇ ਬੀਜੀ ਨੂੰ ਪਤਾ ਲੱਗ ਜਾਵੇ, ਮੈਂ ਕਿਸੇ ਥਾਂ ਜੋਗੀ ਵੀ ਨਾ ਰਹਾ। ਮਨਾ ਲਾ ਕੰਨਾਂ ਨੂੰ ਹੱਥ, ਮੁੜ ਪਿਛਵਾੜੇ ਨਹੀਂ ਆਏਗਾ। ਉਸ ਚੋਰ ਦੀ ਚਾਲ ਪਿਛਵਾੜਾ ਤਿਆਗ ਦਿੱਤਾ। ਜਿੰਨਾ ਕੁਝ ਜ਼ਿੰਦਗੀ ਦੇ ਪਿੜ ਵਿੱਚ ਸਾਹਮਣੇ ਵਾਪਰਦਾ ਹੈ, ਉਸ ਤੋਂ ਕਿਤੇ ਬਹੁਤਾ ਮਨ ਦੇ ਪਿਛਵਾੜੇ ਢਹਿੰਦਾ ਉਸਰਦਾ ਰਹਿੰਦਾ ਹੈ। ਜਜ਼ਬੇ ਜਿਨ੍ਹਾਂ ਨੂੰ ਪ੍ਰਕਿਰਤੀ ਦੀ ਧੜਕਣ ਪੈਦਾ ਕਰਦੀ ਹੈ, ਜਵਾਨ ਹੋ ਕੇ ਆਪਣੀ ਮਾਦੀ ਰੂਪ ਧਾਰ ਲੈਂਦੇ ਹਨ ਤੇ ਵਗ ਤੁਰਨ ਲਈ ਰਾਹ ਵੀ ਬਣਾ ਲੈਂਦੇ ਹਨ। ਬਹੁਤੀ ਵਾਰ ਮਨੁੱਖ ਨੂੰ ਆਪਣੀ ਧੜਕਣ ਦਾ ਸਹੀ ਗਿਆਨ ਨਹੀਂ ਹੁੰਦਾ, ਪਰ ਕੁਦਰਤ ਵੱਲੋਂ ਪੈਦਾ ਹੋਈ ਦਿਲਚਸਪੀ ਲਗਨ ਪ੍ਰੇਰਨਾ ਬਣ ਕੇ ਜ਼ਿੰਦਗੀ ਦੀ ਮਠੇਰੀ ਚਾਲ ਵਿੱਚ ਤੇਜ਼ੀ ਭਰ ਦਿੰਦੀ ਹੈ। ਜਗਰੂਪ ਨੂੰ ਭਾਵੇਂ ਆਪਣੀ ਹਸਤੀ ਦਾ ਗਿਆਨ ਨਹੀਂ ਸੀ, ਪਰ ਉਸ ਦੀ ਹੋਂਦ 'ਚ ਤਬਦੀਲੀ ਦੇ ਚਿੰਨ੍ਹ ਬਸੰਤ ਦੇ ਦਿਨਾਂ ਵਾਂਗ ਅੰਗੜਾਈਆਂ ਭਰ ਰਹੇ ਸਨ। ਮਾਲਣ ਸਮਝਦੀ ਸੀ, ਕੁੜੀ ਨੂੰ ਸਤਵੰਤ ਦੇ ਜਾਣ ਪਿੱਛੋਂ ਮਸੀਂ ਸਾਹ ਸੁਖਾਲਾ ਆਇਆ ਹੈ। ਉਹ ਹਮੇਸ਼ਾ ਸੋਚਦੀ ਰਹਿੰਦੀ, ਜਗਰੂਪ ਕਿਸੇ ਤਰ੍ਹਾਂ ਸੁਖੀ ਵਸ ਜਾਵੇ, ਮੈਂ ਲੋਕ ਲੱਜਾ ਵੱਲੋਂ ਸਰਖਰੂ ਹੋ ਜਾਵਾਂ। ਲੰਘਦੇ ਨੌਜਵਾਨ ਨੇ ਕਿਸੇ ਤਰ੍ਹਾਂ ਦੀ ਵੀ ਹੋਛੀ ਹਰਕਤ ਨਹੀਂ ਸੀ ਕੀਤੀ। ਉਹ ਆਉਂਦਾ ਤੇ ਖਾਮੋਸ਼ ਤੱਕਦਾ ਲੰਘ ਜਾਂਦਾ। ਜਗਰੂਪ ਸਾਰੀ ਦਿਹਾੜੀ ਆਪਣੇ ਮਨ ਦੇ ਆਖੇ 'ਚ ਰਹਿਣ ਦੀ ਪ੍ਰਤੀਗਿਆ ਕਰਦੀ, ਪਰ ਸ਼ਾਮ ਪੈਂਦਿਆਂ ਹੀ ਉਸਦੇ ਜਜ਼ਬੇ ਬਗਾਵਤ ਕਰ ਦਿੰਦੇ। ਨੌਜਵਾਨ ਵੀ ਗੁਲਾਬ ਦੀ ਵਾੜ ਦੇ ਲਾਗਿਓਂ ਹੋ ਲੰਘਣ ਲੱਗ ਪਿਆ। ਇੱਕ ਸ਼ਾਮ ਜ਼ਿਲ੍ਹੇਦਾਰ ਨੇ ਮਾਲਣ ਨੂੰ ਫਿਰ ਬੁਰਾ ਭਲਾ ਆਖਿਆ। ਬੇਜੀ ਨੂੰ ਰੋਂਦੀ ਵੇਖ ਕੇ ਜਗਰੂਪ ਬਹੁਤ ਹੀ ਉਦਾਸ ਪੈ ਗਈ ਤੇ ਜੀ ਭਿਆਣੇ ਕੁਆਟਰ ਦੇ ਪਿਛਵਾੜੇ ਫਿਰਨ ਲੱਗ ਪਈ। ਉਸਦੇ ਦਿਲ ਦਿਮਾਗ ਦਾ ਧੀਰਜ ਟੋਟੇ ਟੋਟੇ ਹੋਇਆ ਪਿਆ ਸੀ। ਗੁਲਾਬ ਨੂੰ ਡੋਡੀਆਂ ਨਿਕਲ ਆਈਆਂ ਸਨ। ਅੱਜ ਉਸ ਨੂੰ ਨੌਜਵਾਨ ਦੀ ਬਿਲਕੁਲ ਉਡੀਕ ਨਹੀਂ ਸੀ। ਉਹ ਆਇਆ ਤੇ ਨਿੱਤ ਵਾਂਗ ਵੇਖਦਾ ਲੰਘ ਗਿਆ। ਜਗਰੂਪ ਨੇ ਉਸ ਨੂੰ ਅੱਖ ਪੁੱਟ ਕੇ ਵੀ ਨਾ ਵੇਖਿਆ, ਜਿਵੇਂ ਉਸ ਦੇ ਦਰਦ ਗਮ ਦਾ ਕੋਈ ਵੀ ਸਾਂਝੀਵਾਲ ਨਹੀਂ ਬਣ ਸਕਦਾ ਸੀ। ਅਗਲੇ ਦਿਨ ਨੌਜਵਾਨ ਨੇ ਗੁਲਾਬ ਦੀ ਬਾੜ ਉੱਤੋਂ ਦੀ ਜੀਰਾ ਕਰਕੇ ਇੱਕ ਚਿੱਠੀ ਵਗਾਹ ਮਾਰੀ ਤੇ ਸਾਊਆਂ ਵਾਂਗ ਸ਼ਾਂਤ ਅਗਾਂਹ ਲੰਘ ਗਿਆ। ਉਸ ਭੌਂਕੇ ਪਿਛਾਂ ਵੀ ਨਾ ਵੇਖਿਆ। ਚਿੱਠੀ ਡਿੱਗਦਿਆਂ ਸਾਰ ਜਗਰੂਪ ਘਬਰਾ ਗਈ। ਉਸ ਆਲੇ ਦੁਆਲੇ ਚੋਰਾਂ ਵਾਂਗ ਵੇਖਿਆ ਕਿ ਨਾਲ ਕਲੋਨੀ ਦੇ ਇਸ ਸੁਨਸਾਨ ਕੋਠੇ ਵਿੱਚ ਉਸ ਨੂੰ ਕਿਸੇ ਨਹੀਂ ਸੀ ਵੇਖਿਆ। ਫਿਰ ਵੀ ਉਸ ਨੂੰ ਨੌਜਵਾਨ ਤੇ ਗੁੱਸਾ ਚੜ ਆਇਆ। ਇਹ ਕੌਣ ਹੁੰਦਾ ਸੀ ਮੈਨੂੰ ਚਿੱਠੀ ਸੁੱਟਣ ਵਾਲਾ? ਕੱਲ੍ਹ ਨੂੰ ਲੰਘ ਲੈਣ ਦੇ। ਉਸ ਚਿੱਠੀ ਚਪਲੀ ਨਾਲ ਮਲ ਸੁੱਟੀ। ਕਸੂਰ ਮੇਰਾ ਹੈ। ਮੈਂ ਸ਼ਾਮ ਨੂੰ ਇੱਥੇ ਕਿਉਂ ਆਉਂਦੀ ਸੀ? ਮੈਂ ਚਿੱਠੀ ਬੀਜੀ ਦੇ ਹਵਾਲੇ ਨਾ ਕਰ ਦਿਆਂ। ਉਸ ਝੁੱਕ ਕੇ ਮਿੱਟੀ ਲੱਗੇ ਕਾਗਜ਼ ਨੂੰ ਚੁੱਕ ਲਿਆ। ਉਸ ਕੀ ਲਿਖਿਆ ਹੋਵੇ? ਖਬਰੇ ਕੀ ਊਲ ਜਲੂਲ ਹੋਵੇ। ਮੈਂ ਬੇਜੀ ਨੂੰ ਕੀ ਆਖਾਂਗੀ? ਉਸ ਕਾਲੀ ਕਾਲੀ ਚਿੱਠੀ ਦੀਆਂ ਤਹਿਾਂ ਖੋਲੀਆਂ। ਉਸ ਦੀ ਧੜਕਣ ਹਰ ਪਲ ਇੰਨੀ ਤੇਜ਼ ਹੁੰਦੀ ਜਾ ਰਹੀ ਸੀ ਕਿ ਸਾਹ ਲੈਣਾ ਔਖਾ ਹੋ ਰਿਹਾ ਸੀ। ਕੇਵਲ 2 ਲਾਈਨਾਂ ਉਸ ਪੜ੍ਹਨਾ ਸ਼ੁਰੂ ਕੀਤਾ। ਤੈਨੂੰ ਕੋਈ ਦੁੱਖ ਹੈ ਜੇ ਤੂੰ ਦੱਸ ਦੇਵੇਂ, ਮੈਂ ਜਾਨ ਵਾਰ ਕੇ ਦੂਰ ਕਰਨ ਦਾ ਯਤਨ ਕਰਾਂਗਾ। ਕੋਈ ਨਾਂ ਨਹੀਂ ਸੀ, ਨਾ ਹੀ ਉਸ ਪਿਆਰੇ ਤੇ ਸਤਿਕਾਰਯੋਗ ਸ਼ਬਦਾਂ ਨਾਲ ਸੰਬੋਧਨ ਕੀਤਾ ਸੀ। ਇਹ ਕਿਹੋ ਜਿਹਾ ਨੌਜਵਾਨ ਹੈ ਜਿਹੜਾ ਮੇਰੇ ਗਮ ਲਈ ਜਾਨਵਾਰ ਨੂੰ ਤਿਆਰ ਹੈ? ਉਸ ਨੂੰ ਕਿਸ ਦੱਸਿਆ ਮੈਂ ਦੁਖੀ ਹਾਂ? ਭਾਵੇਂ ਉਸ ਮੇਰੇ ਚਿਹਰੇ ਤੋਂ ਅਨੁਮਾਨ ਲਾ ਲਿਆ ਹੈ, ਪਰ ਮੈਂ ਇਹ ਚਿੱਠੀ ਬੇਜੀ ਨੂੰ ਬਿਲਕੁਲ ਨਹੀਂ ਦੇ ਸਕਦੀ। ਫਿਰ ਉਹ ਇੱਕਦਮ ਮੁਸਕਾ ਪਈ ਤੇ ਮੁਸਕਾਨ ਨੇ ਸਾਰੇ ਚਿਹਰੇ ਨੂੰ ਘੇਰਾ ਪਾ ਲਿਆ। ਬੇਸ਼ੱਕ ਲੰਘਦਾ ਨੌਜਵਾਨ ਉਸ ਦਾ ਰੱਤੀ ਭਰ ਦੁੱਖ ਦੂਰ ਨਹੀਂ ਸੀ ਕਰ ਸਕਦਾ, ਪਰ ਜਗਰੂਪ ਨੂੰ ਬੇਜੀ ਤੋਂ ਬਿਨਾਂ ਇਸ ਚੰਦਰੀ ਦੁਨੀਆ 'ਚ ਇੱਕ ਹਮਦਰਦ ਦਿਲ ਜ਼ਰੂਰ ਦਿਸ ਪਿਆ ਸੀ। ਹੋਰ ਕੁਝ ਨਾ ਸਹੀ, ਉਸ ਮੇਰੇ ਲਈ ਹਾਂ ਦਾ ਨਾਅਰਾ ਤਾਂ ਮਾਰਿਆ ਨਾ। ਬਾਵਜੂਦ ਗਿਲੇ ਸ਼ਿਕਵਿਆਂ ਦੇ ਬਹਾਰ ਦੀ ਇੰਤਜ਼ਾਰ ਵਾਤਾਵਰਨ ਨੂੰ ਨਿੱਤ ਨਵੇਂ ਰੰਗ ਰੂਪ ਵਿੱਚ ਨਿਖਾਰਦੀ ਤੇ ਹੁਸੀਨ ਬਣਾਈ ਜਾ ਰਹੀ ਸੀ। ਇਹਨਾਂ ਦਿਨਾਂ ਵਿੱਚ ਹੀ ਮਿਲਟਰੀ ਅਤੇ ਕਾਲਜ ਵਾਲਿਆਂ ਵਿਚਕਾਰ ਹਾਕੀ ਦਾ ਮੈਚ ਆ ਪਿਆ। ਇਸ ਮੈਚ ਦੀ ਸਾਰੇ ਸ਼ਹਿਰ ਅਤੇ ਛਾਉਣੀ ਵਿੱਚ ਬੜੀ ਪਬਲਿਸਿਟੀ ਕੀਤੀ ਗਈ। ਹੋਰਨਾਂ ਦੀ ਦੇਖਾ ਦੇਖੀ ਕੈਨਾਲ ਕਲੋਨੀ ਦੀਆਂ ਜ਼ਨਾਨੀਆਂ ਦਾ ਜੱਥਾ ਵੀ ਮੈਚ ਦੇਖਣ ਲਈ ਤੁਰ ਪਿਆ।
ਮਾਲਣ ਨੇ ਜਗਰੂਪ ਨੂੰ ਵੀ ਤਿਆਰ ਕਰ ਲਿਆ ਸੀ। 6-7 ਜਨਾਨੀਆਂ ਦੇ ਜਥੇ ਦੀ ਅਗਵਾਈ ਮਾਲਣ ਹੀ ਵੱਡੀ ਹੋਣ ਦੀ ਹੈਸੀਅਤ ਵਿੱਚ ਕਰ ਰਹੀ ਸੀ। ਬਹਾਰ ਦੀ ਇਹ ਸ਼ਾਮ ਬੜੀ ਰਮਣੀਕ ਸੀ। ਸਾਫ਼ ਸੁਥਰਾ ਲਾਜਵਰੀ ਆਸਮਾਨ ਝੁਕ ਦਰਖਤਾਂ ਦੀਆਂ ਟੀਸੀਆਂ ਚੁੰਮ ਰਿਹਾ ਸੀ। ਖੂਬਸੂਰਤ ਬੱਚੇ ਸੜਕ ਦੀਆਂ ਬੱਤੀਆਂ ਦੇ ਨਿਸ਼ਾਨੇ ਫੁੰਡ ਰਹੇ ਸਨ। ਹੁਣੇ ਮਿਊਨਿਸਪੈਲਿਟੀ ਦੀ ਪਾਣੀ ਵਾਲੀ ਲਾਰੀ ਸੜਕ ਦੀ ਧੂੜ ਨੂੰ ਸੌਂ ਜਾਣ ਲਈ ਥਾਪੜੀ ਦੇ ਗਈ ਸੀ ਅਤੇ ਗਿੱਲੀ ਮਿੱਟੀ ਦੀ ਸੁਗੰਧੀ ਹਵਾ ਨੂੰ ਖੇੜਾ ਦੇ ਰਹੀ ਸੀ। ਹੈਰਨ ਪਾਰਕ ਨੂੰ ਟੋਲੀਆਂ ਦੀਆਂ ਟੋਲੀਆਂ ਮੈਚ ਦੇਖਣ ਲਈ ਜਾ ਰਹੀਆਂ ਸਨ। ਮਿਲਟਰੀ ਦੇ ਸਾਊ ਨੌਜਵਾਨਾਂ ਨੇ ਔਰਤਾਂ ਲਈ ਕੁਝ ਬੈਂਚਾਂ ਖਾਲੀ ਕਰ ਦਿੱਤੀਆਂ। ਕਾਲਜ ਦੇ ਸ਼ੈਤਾਨ ਮੁੰਡੇ ਜਨਾਨੀਆਂ ਕੋਲ ਮੱਲੋ ਮੱਲੀ ਥਾਵਾਂ ਮਾਰ ਰਹੇ ਸਨ। ਵਲੰਟੀਅਰ ਆ ਕੇ ਉਹਨਾਂ ਨੂੰ ਉਠਾ ਜਾਂਦੇ, ਪਰ ਉਹ ਇੱਧਰ ਉੱਧਰ ਭੌਂ ਫੇਰ ਘਾਹ ਤੇ ਲੱਤਾਂ ਲਮਿਆਰ ਪੈ ਜਾਂਦੇ। ਕਾਲਜ ਦੀ ਟੀਮ ਦੀਆਂ ਚਿੱਟੀਆਂ ਨਿੱਕਰਾਂ ਉੱਤੇ ਲਾਲ ਪੱਟੀਆਂ ਦਰਸ਼ਕਾਂ ਦੀਆਂ ਅੱਖਾਂ ਵਿੱਚ ਚਮਕ ਪੈਦਾ ਕਰ ਰਹੀਆਂ ਸਨ। ਮਿਲਟਰੀ ਵਾਲਿਆਂ ਦੀਆਂ ਗੂੜ੍ਹੀਆਂ ਹਰੀਆਂ ਪੱਟੀਆਂ ਸਨ। ਬਹਾਰ ਦੀ ਇਸ ਹਰਿਆਲੀ ਅਤੇ ਲਾਲੀ ਵਿੱਚ ਮੁਕਾਬਲਾ ਬੜਾ ਸਖਤ ਸੀ। ਤੁਰਨ ਵੇਲੇ ਤੋਂ ਹੀ ਜਗਰੂਪ ਦੀ ਛਾਤੀ 'ਚ ਇੱਕ ਝੱਖੜ ਉੱਠ ਖਲੋਤਾ ਸੀ। ਕਈ ਦਿਨਾਂ ਤੋਂ ਉਸ ਨੌਜਵਾਨ ਨੂੰ ਦੇਖਿਆ ਨਹੀਂ ਸੀ। ਅੱਜ ਉਸ ਦਾ ਮਨ ਪੂਰੇ ਵਿਸ਼ਵਾਸ ਨਾਲ ਕਹਿ ਰਿਹਾ ਸੀ ਕਿ ਉਹ ਇਸ ਮੈਚ ਤੇ ਜ਼ਰੂਰ ਆਵੇਗਾ। ਪਹੁੰਚਦਿਆਂ ਹੀ ਉਸ ਦੀਆਂ ਕਾਲੀਆਂ ਨਜ਼ਰਾਂ ਨੇ ਹੈਰਨ ਪਾਰਕ ਦਾ ਕੋਨਾ ਛਾਣ ਮਾਰਿਆ, ਪਰ ਉਹ ਉਸ ਨੂੰ ਕਿਸੇ ਕਤਾਰ ਵਿੱਚ ਖਲੋਤਾ ਨਾ ਦਿਸਿਆ। ਖੇਲ ਹਾਲੇ ਸ਼ੁਰੂ ਨਹੀਂ ਸੀ ਹੋਈ। ਦੋਵੇਂ ਧਿਰਾਂ ਆਪਣੀ ਬਾਲ ਨਾਲ ਹੱਥ ਸਿੱਧੇ ਕਰ ਰਹੀਆਂ ਸਨ। ਇੱਕ ਕਾਲਜੀਏਟ ਖਿਡਾਰੀ ਨੇ ਜਾਣ ਕੇ ਜਨਾਨੀਆਂ ਵੱਲ ਨੂੰ ਹਿੱਟ ਮਾਰ ਦਿੱਤੀ। ਬਾਲ ਸਿੱਧੀ ਜਗਰੂਪ ਹੋਰਾਂ ਵੱਲ ਸ਼ੂਟ ਵੱਟੀ ਆ ਰਹੀ ਸੀ। ਜਨਾਨੀਆਂ ਥੋੜਾ ਘਬਰਾ ਗਈਆਂ, ਪਰ ਝੱਟ ਹੀ ਉਹਨਾਂ ਦੇ ਪਿਛਵਾੜਿਓਂ ਨਿਕਲ ਕੇ ਕਿਸੇ ਬਾਲ ਰੋਕ ਲਈ। ਜਦ ਮੋੜਵੀਂ ਹਿੱਟ ਲਾ ਕੇ ਉਹ ਸਿੱਧਾ ਹੋਇਆ, ਜਗਰੂਪ ਉਸ ਨੌਜਵਾਨ ਨੂੰ ਦੇਖ ਕੇ ਪ੍ਰਸੰਨ ਹੋਣੋਂ ਨਾ ਰਹਿ ਸਕੀ। ਉਸ ਦੀ ਠਰਮੇ 'ਚ ਆਈ ਧੜਕਨ ਫੇਰ ਤੇਜ਼ ਵਗ ਨਿਕਲੀ। ਘਰੋਗੀ ਚਿੰਤਾ ਤੋਂ ਦੂਰ ਮਾਲਣ ਵੀ ਅੱਜ ਖੁਸ਼ ਸੀ, ਕਿਉਂਕਿ ਉਸ ਨੂੰ ਜਗਰੂਪ ਦਾ ਚਿਹਰਾ ਆਮ ਦਿਨਾਂ ਨਾਲੋਂ ਪ੍ਰਸੰਨ ਅਤੇ ਖਿੜਿਆ ਦਿਸ ਰਿਹਾ ਸੀ। ਮਾਲਣ ਦੀ ਅੰਦਰਲੀ ਸੋਚ ਦੀ ਧਾਰਾ ਕਦੇ ਜਗਰੂਪ ਦੀ ਪੂਰਤੀ ਵੱਲੋਂ ਟੁੱਟੀ ਨਹੀਂ ਸੀ। ਉਹ ਹਰ ਸੰਭਵ ਯਤਨ ਨਾਲ ਜਗਰੂਪ ਨੂੰ ਸੁਖ ਵਸਦੀ ਕਰ ਦੇਣਾ ਚਾਹੁੰਦੀ ਸੀ। ਜਗਰੂਪ ਦੀਆਂ ਨਜ਼ਰਾਂ ਰੋਕਣ ਦੇ ਬਾਵਜੂਦ ਉਸ ਨੌਜਵਾਨ ਦੇ ਨਾਲ ਫਿਰ ਰਹੀਆਂ ਸਨ। ਜ਼ੋਰ ਨਾਲ ਵੱਜੀ ਵਿਸਲ ਨੇ ਜਗਰੂਪ ਅਤੇ ਉਸ ਦੀਆਂ ਸਾਥਣਾਂ ਨੂੰ ਚੁਕੰਨਿਆ ਕਰ ਦਿੱਤਾ। ਸਾਰੇ ਖਿਡਾਰੀਆਂ ਆਪਣੀਆਂ ਥਾਵਾਂ ਮੱਲ ਲਈਆਂ। ਉਹ ਨੌਜਵਾਨ ਦੂਜੇ ਪਾਸੇ ਬਾਹਰਲਾ ਫਾਰਵਰਡ ਚਲਾ ਗਿਆ। ਖੇਲ ਸ਼ੁਰੂ ਹੋ ਗਿਆ। ਦੋਹਾਂ ਧਿਰਾਂ ਦੀ ਚੁਸਤੀ ਹਰਕਤ ਵਿੱਚ ਆ ਗਈ। ਇੱਕ ਦੂਜੇ ਤੋਂ ਬਾਲ ਖਿੱਚਣ ਅਤੇ ਬਚਾਅ ਵਿੱਚ ਕਾਲਜੀਏਟ ਵਧੇਰੇ ਫੁਰਤੀਲੇ ਸਨ। ਕਚਾਣੀਆਂ ਅਤੇ ਲੀਚੀਆਂ ਮਾਰਨ ਵਿੱਚ ਵੀ ਉਹ ਮਾਹਰ ਸਨ, ਪਰ ਮਿਲਟਰੀ ਵਾਲਿਆਂ ਦਾ ਡਿਫੈਂਸ ਬਹੁਤ ਮਜ਼ਬੂਤ ਸੀ। ਖਾਸ ਕਰਕੇ ਮਿਲਟਰੀ ਵਾਲਿਆਂ ਦੇ ਫੁੱਲ ਬੈਕ ਚੀਨ ਦੀ ਦੀਵਾਰ ਬਣੇ ਹੋਏ ਸਨ। ਜਗਰੂਪ ਦੀਆਂ ਨਜ਼ਰਾਂ ਭਰੇ ਅਤੇ ਨਾਅਰੇ ਦਿੰਦੇ ਮੇਲੇ 'ਚੋਂ ਕਿਸੇ ਨੂੰ ਨਹੀਂ ਸਨ ਦੇਖ ਰਹੀਆਂ, ਸਿਵਾਏ ਨੌਜਵਾਨ ਦੇ। ਜਦ ਦੂਜੀ ਵਾਰ ਬਾਲ ਉਸ ਨੌਜਵਾਨ ਦੇ ਹੱਥ ਆਈ, ਉਹ ਵਿਰੋਧੀਆਂ ਤੋਂ ਬਾਲ ਟਪਾ ਕੇ ਅੱਗੇ ਵਧਾਉਣ ਲੱਗਾ। ਉਸ ਦੀ ਵੱਖੀ ਦੇ ਕਾਲਜੀਏਟ ਦਰਸ਼ਕਾਂ ਸ਼ਾਬਾਸ਼ ਕੇਸਰ, ਸ਼ਾਬਾਸ਼ ਪੁਕਾਰਨਾ ਸ਼ੁਰੂ ਕਰ ਦਿੱਤਾ। ਜਗਰੂਪ ਨੂੰ ਇਹ ਨਾਂ ਸੁਣ ਕੇ ਨਵਾਂ ਰੂਪ ਚੜ੍ਹ ਆਇਆ। ਉਸ ਦਾ ਆਪਾ ਅੰਤਰ ਆਤਮਾ 'ਚ ਆ ਗਿਆ। ਉਹ ਮੁਸਕਾ ਕੇ ਹੋਰ ਵੀ ਹੁਸੀਨ ਹੋ ਗਈ। ਅਚੇਤ ਹੀ ਉਸ ਦੇ ਬੁੱਲ੍ਹਾਂ 'ਚੋਂ ਕੇਸਰ ਨਾਂ ਕਿਰ ਗਿਆ ਤੇ ਉਹ ਅਚੰਭੇ 'ਚ ਆ ਗਈ, ਜਿਵੇਂ ਸਾਥਣਾਂ ਨੇ ਸੁਣ ਲਿਆ ਹੋਵੇ। ਜਦ ਉਸ ਪ੍ਰਸੰਨ ਅਤੇ ਖੁੱਲੇ ਮੂੰਹ ਨਾਲ ਆਲੇ ਦੁਆਲੇ ਤੱਕ ਕੇ ਤਸੱਲੀ ਕੀਤੀ, ਉਸ ਵਿੱਚ ਗੌਰਵ ਜਾਗ ਪਿਆ, ਜਿਹੜਾ ਬਹੁਤੀ ਵਾਰ ਇੱਕ ਕੁੜੀ ਨੂੰ ਪੂਰਨ ਔਰਤ ਦਾ ਰੰਗਲਾ ਅਹਿਸਾਸ ਦੇ ਜਾਂਦਾ ਹੈ। ਕੇਸਰ 2 ਵਾਰ ਬਾਲ ਡੀ 'ਚ ਲੈ ਕੇ ਜਾਣ ਵਿੱਚ ਕਾਮਯਾਬ ਹੋ ਗਿਆ, ਪਰ ਉਸ ਦਾ ਸਾਥੀ ਬਰਾਬਰ ਦੌੜ ਕੇ ਦਿੱਤੇ ਪਾਸ ਨਾ ਸਾਂਭ ਸਕਿਆ ਅਤੇ ਦੋਵੇਂ ਵਾਰ ਫੌਜੀ ਫੁੱਲ ਬੈਕ ਨੂੰ ਪਛਾੜ ਸੁੱਟਿਆ। ਖੇਲ ਦੁਵੱਲੀ ਮੁਕਾਬਲੇ ਦੀ ਹੋ ਰਹੀ ਸੀ। ਜਦ ਕਾਲਜ ਵਾਲਿਆਂ ਦਾ ਥੋੜਾ ਪੱਲਾ ਭਾਰੀ ਹੁੰਦਾ, ਉਹ ਥੋੜਾ ਹੁੱਲੜ ਪੈਦਾ ਕਰਨ ਲੱਗ ਪੈਂਦੇ। ਕੁਝ ਗੋਰੇ ਅਫਸਰ ਕੁਰਸੀਆਂ ਉੱਤੇ ਬੈਠੇ ਉਹਨਾਂ ਦਾ ਰੌਲਾ ਸੁਣ ਕੇ ਹੱਸ ਪੈਂਦੇ। ਹਾਫ ਟਾਈਮ ਤੱਕ ਦੋਵੇਂ ਧਿਰਾਂ ਬਰਾਬਰ ਤੁਲੀਆਂ ਰਹੀਆਂ। ਕਿਸੇ ਸਿਰ ਵੀ ਗੋਲ ਨਾ ਹੋਇਆ। ਦੇਖਣ ਵਾਲਿਆਂ ਨੂੰ ਬੜਾ ਸਵਾਦ ਆ ਰਿਹਾ ਸੀ, ਕਿਉਂਕਿ ਖੇਡ ਇੱਕ ਤਰ੍ਹਾਂ ਅੜ ਗਈ ਸੀ। ਕੇਸਰ ਆਪਣੀ ਦੌੜ ਅਤੇ ਸੁਥਰੀ ਖੇਡ ਕਾਰਨ ਦਰਸ਼ਕਾਂ ਦੀਆਂ ਨਜ਼ਰਾਂ 'ਚ ਚੜ੍ਹ ਗਿਆ ਸੀ। ਉਂਝ ਉਹ ਵੀ ਜਾਣਦਾ ਸੀ ਕਿ ਅੱਜ ਹਜ਼ਾਰਾਂ ਅੱਖਾਂ ਵਿੱਚੋਂ 2 ਹਰਨੋਟੀਆਂ ਸਿਰਫ ਮੈਨੂੰ ਹੀ ਵੇਖਣ ਆਈਆਂ ਹਨ। ਉਸ ਦੇ ਮਨ ਦੀ ਜ਼ਬਰਦਸਤ ਖਾਹਿਸ਼ ਸੀ
ਕਿ ਉਹ ਅੱਜ ਆਪਣੇ ਇਰਾਦੇ ਵਾਂਗ ਸਾਕਾਰ ਹੋ ਜਾਵੇ। ਉਸ ਦੇ ਫੁਰਤੀਲੇ ਅਤੇ ਗਠੀਲੇ ਅੰਗ ਉਸ ਦੀ ਭਾਵਨਾ ਨੂੰ ਪੂਰਨ ਵਫਾ ਦੇ ਰਹੇ ਸਨ। ਦਮ ਮਾਰਨ ਪਿੱਛੋਂ ਖੇਲ ਫਿਰ ਸ਼ੁਰੂ ਹੋ ਗਈ। ਹੁਣ ਕੇਸਰ ਦੌੜਦਾ ਹੋਇਆ ਜਗਰੂਪ ਤੋਂ 5-7 ਕਦਮਾਂ ਦੀ ਵਿੱਥ ਤੇ ਇੱਧਰ-ਉੱਧਰ ਲੰਘ ਰਿਹਾ ਸੀ। ਕੇਸਰ ਨੇ ਇੱਕ ਵਾਰ ਬਾਲ ਫਿਰ ਡੀਚ ਪਹੁੰਚਾ ਦਿੱਤੀ, ਪਰ ਉਸ ਦੇ ਸਾਥੀ ਤੋਂ ਫੌਜੀ ਨੇ ਬਾਲ ਖੋਹ ਲਈ ਤੇ ਨਤੀਜਾ ਮੁੜ 0 ਹੋ ਗਿਆ। ਫੌਜੀ ਫੁੱਲ ਬੈਕ ਇੱਕ ਚਟਾਨ ਸਨ, ਜਿਨ੍ਹਾਂ ਨਾਲ ਕੇਸਰ ਅਤੇ ਉਸ ਦੇ ਸਾਥੀਆਂ ਦੀ ਜੱਦੋ-ਜਹਿਦ ਲਹਿਰਾਂ ਵਾਂਗ ਟਕਰਾ ਕੇ ਪਿਛਾਂਹ ਪਰਤਣ ਲਈ ਮਜਬੂਰ ਹੋ ਰਹੀ ਸੀ। ਬਾਲ ਉਲਟ ਸੰਮਤ ਭੌਂ ਗਈ। ਦੁੜਕੀ ਆਉਂਦੇ ਕੇਸਰ ਨੇ ਐਤਕੀ ਜਗਰੂਪ ਨਾਲ ਅੱਖਾਂ ਮਿਲਾਉਣ ਦੀ ਜੁਰਅਤ ਕਰ ਲਈ। ਜਗਰੂਪ ਨਜ਼ਰਾਂ ਮਿਲਦਿਆਂ ਅਚੇਤ ਹੀ ਮੁਸਕਾ ਪਈ ਤੇ ਇਸ ਮੁਸਕਾਨ ਨਾਲ ਕੇਸਰ ਦਾ ਰੋਮ-ਰੋਮ ਦੀਵੇ ਦੀ ਲਾਟ ਵਾਂਗ ਭਖ ਉੱਠਿਆ। ਮਾਲਣ ਜਗਰੂਪ ਦੇ ਸੱਜੇ ਬੈਠੀ ਸੀ। ਉਸ ਦਾ ਧਿਆਨ ਪਿਛਾਂਹ ਪਰਤੀ ਬਾਲ ਵੱਲ ਸੀ। ਉਸ ਮੁਸਕਾਉਂਦੀ ਰੂਪ ਨੂੰ ਦੇਖ ਲਿਆ। ਮੁਸਕਾਉਣ ਵੇਲੇ ਜਗਰੂਪ ਬਿਲਕੁਲ ਬੇਖਬਰ ਸੀ, ਪਰ ਝੱਟ ਹੀ ਪਿੱਛੋਂ ਉਸਨੂੰ ਬੇਜੀ ਦੀਆਂ ਘੂਰਦੀਆਂ ਅੱਖਾਂ ਨੇ ਪਾਣੀ-ਪਾਣੀ ਕਰ ਦਿੱਤਾ। ਉਸ ਅੰਤਰੀਵ ਲਰਜ਼ਾ ਖਾ ਕੇ ਨੀਵੀਂ ਪਾ ਲਈ। ਬੇਜੀ ਨੂੰ ਪਤਾ ਲੱਗ ਗਿਆ। ਹੁਣ ਕੀ ਕਰਾਂ? ਉਹ ਅੰਦਰੋਂ ਅੰਦਰ ਸੋਚਦੀ ਕੀਮਾ ਹੋਈ ਜਾ ਰਹੀ ਸੀ। ਮਾਲਣ ਜਗਰੂਪ ਉੱਤੇ ਨਿੱਘਰ ਵਿਸ਼ਵਾਸ ਰੱਖਦੀ ਹੈ। ਉਸ ਦਾ ਵਿਸ਼ਵਾਸ ਸਿਉਂਕ ਦੇ ਕਿਲੇ ਵਾਂਗ ਬਹਿ ਗਿਆ। ਜਗਰੂਪ ਦੀ ਮੁਸਕਾਨ ਉਸ ਦੇ ਅੰਦਰ ਸੇਲਾ ਬਣ ਕੇ ਚੁੱਭ ਗਈ। ਉਸ ਜਗਰੂਪ ਬਾਰੇ ਘੱਟ ਭਾਵਾਂ ਨਾਲ ਸੋਚਣਾ ਸ਼ੁਰੂ ਕਰ ਦਿੱਤਾ। ਜਗਰੂਪ ਕਿਸੇ ਮੁੰਡੇ ਨੂੰ ਵੇਖ ਕੇ ਮੁਸਕਾ ਵੀ ਸਕਦੀ ਹੈ? ਇਹ ਕਦੋਂ ਤੇ ਕਿਵੇਂ? ਉਸ ਨੂੰ ਉਮਰ ਭਰ ਦੀ ਨੇਕ ਕਮਾਈ ਪਾਪ ਦੀ ਪੰਡ ਜਾਪਣ ਲੱਗ ਪਈ। ਮੈਂ ਇਸ ਦੀ ਖਾਤਰ ਕਿੰਨੇ ਦੁੱਖ ਜਰੇ, ਘਰਦਿਆਂ ਤੋਂ ਭੈੜੀ ਪਈ। ਇਸ ਨੇ ਆਹ ਚਾਂਦੀ ਚੜਾਉਣਾ ਸੀ ਤਾਂ ਜੰਮਦੀ ਹੀ ਮਰ ਜਾਂਦੀ। ਮਾਲਣ ਨੇ ਜਗਰੂਪ ਨੂੰ ਪਾਲ ਕੇ ਪਹਿਲੀ ਵਾਰ ਪਛਤਾਵਾ ਤੇ ਦੁੱਖ ਮਹਿਸੂਸ ਕੀਤਾ। ਖਬਰੇ ਇਹ ਐਵੇਂ ਹੀ ਮੁਸਕਾਈ ਹੋਵੇ। ਮੈਂ ਤਾੜ ਰੱਖ ਕੇ ਤਾਂ ਵੇਖਾਂ। ਉਸ ਜਾਸੂਸਾਂ ਵਾਂਗ ਆਪਣਾ ਦੇਖਣਾ ਓਪਰਾ ਬਣਾ ਲਿਆ। ਪਰ ਜਗਰੂਪ ਸੀ ਕਿ ਹੁਣ ਕੇਸਰ ਵੱਲ ਅੱਖ ਪੁੱਟ ਕੇ ਵੀ ਨਹੀਂ ਸੀ ਵੇਖਦੀ। ਜੇ ਕਿਧਰੇ ਕੁਦਰਤੀ ਉਹ ਸਾਹਮਣੇ ਵੀ ਆ ਜਾਂਦਾ, ਜਗਰੂਪ ਆਪਣੀ ਦੇਖਣੀ ਨੂੰ ਸੁਧਾਰਨ ਤੋਂ ਅੱਗੇ ਨਾ ਵਧਣ ਦਿੰਦੀ। ਉਸ ਨੂੰ ਇਉਂ ਭਾਸ ਰਿਹਾ ਸੀ ਕਿ ਮੈਨੂੰ ਇੱਕ ਬੀਜੀ ਹੀ ਨਹੀਂ, ਸਗੋਂ ਸਾਰਾ ਮੇਲਾ ਅੱਖਾਂ ਪਾੜ-ਪਾੜ ਤੱਕ ਰਿਹਾ ਹੈ। ਉਸ ਦਾ ਜ਼ਖਮੀ ਹੋਇਆ ਆਪਾ ਕਾਂਬੇ ਤੋਂ ਇੱਕ ਸਟੇਜ ਅੱਗੇ ਤਰਪਕ ਜਾਂਦਾ ਸੀ। ਇਸ ਵਾਰ ਕੇਸਰ ਨੇ ਬਾਲ ਪਾਸ ਦੇਣ ਦੀ ਥਾਂ ਖੁਦ ਹੀ ਡੀਚ ਬਾਲ ਲੈ ਜਾਣ ਦਾ ਮਨ ਬਣਾ ਲਿਆ। ਫੌਜੀ ਨਾਲ ਉਸ ਦੀ ਟੱਕਰ ਆ ਪਈ। ਖੇਲ ਉਸ ਸਮੇਂ ਆਪਣੇ ਇੰਤਹਾ ਜੋਬਨ 'ਚ ਸੀ। ਕਾਲਜ ਦੇ ਮੁੰਡੇ ਉੱਚੀਆਂ ਉੱਠ ਖਲੋਤੇ ਸਨ। ਪਾਈਪ ਪੀਂਦੇ ਗੋਰਿਆਂ ਨੇ ਵੀ ਧੌਣਾਂ ਉੱਚੀਆਂ ਕਰ ਲਈਆਂ ਸਨ। ਕੇਸਰ ਨੇ ਇੱਕ ਪਲ ਬਾਲ ਪਿਛਾਂਹ ਹਟਾ ਲਈ। ਫੌਜੀਆਂ ਨੇ ਸਮਝਿਆ ਪਹਿਲਾਂ ਵਾਂਗ ਪਾਸ ਦੇਏਗਾ। ਉਹ ਪਾਸ ਰੋਕਣ ਲਈ 2 ਕਦਮਾਂ ਅੱਗੇ ਹੋ ਗਿਆ, ਪਰ ਕੇਸਰ ਬਾਲ ਹੇਠਾਂ ਦੀ ਲੰਘਾ ਕੇ ਫੌਜੀ ਨੂੰ ਕੱਟ ਗਿਆ। ਲਹਿਰ ਉੱਚੀ ਉੱਠਦੀ ਚਟਾਨ ਦੇ ਸਿਰ ਉੱਤੋਂ ਦੀ ਲੰਘ ਗਈ। ਡੀਚ ਪੈਰ ਰੱਖਦਿਆਂ ਹੀ ਕੇਸਰ ਨੇ ਜ਼ੋਰ ਦੀ ਹਿੱਟ ਮਾਰ ਦਿੱਤੀ। ਉੱਚੀਆਂ ਉੱਠਦੀਆਂ ਬਾਹਾਂ ਨਾਲ ਇੱਕ ਵਾਰ ਹੀ ਗੋਲ ਦਾ ਨਾਰਾ ਗੂੰਜ ਪਿਆ, ਪਰ ਫੌਜੀਆਂ ਦੇ ਮੋਟੇ ਗੋਲਕੀਪਰ ਨੇ ਆਪਣਾ ਆਪ ਭੁੰਜੇ ਸੁੱਟ ਕੇ ਗੋਲ ਹੋਣੋਂ ਬਚਾ ਲਿਆ। ਖੁਸ਼ੀ ਦੀ ਲਹਿਰ ਮੱਠੀ ਪੈ ਗਈ। ਕੇਸਰ ਨੇ ਜਗਰੂਪ ਵੱਲ ਵਧਦਿਆਂ ਆਪੂ ਮੁਸਕਾ ਕੇ ਪ੍ਰਸ਼ੰਸਾ ਮੰਗੀ, ਪਰ ਜਗਰੂਪ ਦੀ ਨਾ ਵੇਖਦੀ ਸਧਾਰਨ ਹਾਲਤ ਨੇ ਉਸ ਦੀ ਚਾਲ 'ਚ ਉਖੜਾ ਲੈ ਆਂਦਾ। ਉਸ ਦਾ ਦਿਲ ਬੂੰਦ-ਬੂੰਦ ਕੱਟਿਆ ਗਿਆ। ਥੋੜੇ ਮਿੰਟਾਂ ਪਿੱਛੋਂ ਹੀ ਰੈਫਰੀ ਨੇ ਲੰਮੀ ਵਿਸਲ ਮਾਰਦਿਆਂ ਖੇਲ ਰੋਕ ਦਿੱਤੀ। 5 ਮਿੰਟ ਦੀ ਰੈਸਟ ਪਿੱਛੋਂ 10 ਮਿੰਟ ਖੇਲਣ ਲਈ ਹੋਰ ਦਿੱਤੇ ਗਏ ਤਾਂ ਕਿ ਹਾਰ ਜਿੱਤ ਹੋ ਜਾਵੇ, ਪਰ ਮੈਚ ਜਿਉਂ ਦਾ ਤਿਉਂ ਅੜਿਆ ਰਿਹਾ ਅਤੇ ਮਜਬੂਰਨ ਰੈਫਰੀ ਨੂੰ ਖੇਲ ਖਤਮ ਕਰਨੀ ਪਈ। ਆਪਣੇ ਖਿਲਾੜੀ ਦੋਸਤਾਂ ਨੂੰ ਪ੍ਰਸ਼ੰਸਾ ਦੇਣ ਲਈ ਲੋਕ ਚੁਫੇਰਿਓਂ ਗਰਾਊਂਡ ਨੂੰ ਵੱਧ ਤੁਰੇ। ਜਗਰੂਪ ਤੇ ਉਸ ਦੀਆਂ ਸਾਥਣਾਂ ਬੈਂਚ ਤੋਂ ਉੱਠ ਖਲੋਤੀਆਂ। ਮਾਲਣ ਨੇ ਸਿਆਣੀ ਹੋਣ ਦੀ ਹੈਸੀਅਤ 'ਚ ਆਖਿਆ, ਥੋੜਾ ਠਹਿਰੋ, ਮਰਦਾਂ ਨੂੰ ਜਾ ਲੈਣ ਦਈਏ। ਸਾਰੀਆਂ ਇਹ ਸਲਾਹ ਮੰਨ ਲਈ। ਉਹ ਬੈਂਚ ਕੋਲ ਹੀ ਖਲੋਤੀਆਂ ਰਹੀਆਂ। ਥੋੜਿਆਂ ਕਦਮਾਂ ਤੇ ਕੇਸਰ ਨੂੰ ਉਸ ਦੇ ਸਾਥੀ ਘੇਰੀ ਖਲੋਤੇ ਸਨ। ਉਹ ਪੈਰੋਂ ਪੈਰ ਜਨਾਨੀਆਂ ਵੱਲ ਨੂੰ ਵਧਦੇ ਜਾ ਰਹੇ ਸਨ। ਇੱਕ ਅੰਗਰੇਜ਼ ਜੋੜੇ ਨੇ ਉਹਨਾਂ ਨੂੰ ਆਵਾਜ਼ ਦੇ ਕੇ ਰੋਕ ਲਿਆ। ਕੋਲ ਜਾ ਕੇ ਅੰਗਰੇਜ਼ ਅਫਸਰ ਨੇ ਕੇਸਰ ਨੂੰ ਥਾਪੀ ਦਿੱਤੀ। ਵੈਲ ਪਲੇਡ ਜਵਾਨ, ਫੌਜ ਮੇਂ ਆना मांगता है? ਨਹੀਂ ਸਾਹਿਬ, ਮੈਂ ਤਾਂ ਹਾਲੇ ਪੜ੍ਹਨਾ ਏ। ਕੇਸਰ ਜੇਤੂ ਮਾਣ ਵਿੱਚ ਉੱਚਾ ਹੋਇਆ ਪਿਆ ਸੀ। ਜਵਾਨ, ਜਮਾਦਾਰ ਬਣਾ ਦੇਗਾ? ਨਹੀਂ ਸਾਹਿਬ। ਕੇਸਰ ਨਾ ਵਿੱਚ ਹੱਥ ਹਿਲਾਉਂਦਾ ਹੋਇਆ ਅੱਗੇ ਵੱਧ ਗਿਆ। ਉਹ ਸਾਰੀ ਖੇਲ ਵਿੱਚ ਚੰਗਾ ਰਿਹਾ ਤੇ ਹੁਣ ਉਹ ਮੜਕ ਨਾਲ ਕਦਮਾਂ ਪੁੱਟ ਰਿਹਾ ਸੀ।
ਪ੍ਰਸ਼ੰਸਾ ਦੀ ਸ਼ਰਾਬ ਨਾਲ ਉਹ ਇੱਕ ਤਰ੍ਹਾਂ ਨਸ਼ਈ ਹੋਇਆ ਜਾਪਦਾ ਸੀ। ਉਸ ਕਾਟਵੀਆਂ ਨਜ਼ਰਾਂ ਨਾਲ ਜਗਰੂਪ ਨੂੰ ਆਪਣੀ ਅਹਿਮੀਅਤ ਦਾ ਅਹਿਸਾਸ ਕਰਾਉਣਾ ਚਾਹਿਆ, ਪਰ ਉੱਥੇ ਲਗਾਤਾਰ ਸੁੰਨ ਵਰਤੀ ਹੋਈ ਸੀ। ਉਸ ਨੂੰ ਇਉਂ ਜਾਪਿਆ ਜਿਵੇਂ ਭਰੀ ਸ਼ਖਸੀਅਤ ਅਤੇ ਸਚਿਆਰੀ ਖੇਲ ਦਾ ਕਾਣੀ ਕੌਡੀ ਮੁੱਲ ਨਹੀਂ ਪਿਆ। ਮਾਲਣ ਨੇ ਕੇਸਰ ਦੀ ਗੋਰੇ ਅਫਸਰ ਨਾਲ ਗੋਸ਼ਟੀ ਸੁਣ ਲਈ ਸੀ। ਉਸ ਕੇਸਰ ਨੂੰ ਗੱਡਵੀਆਂ ਨਜ਼ਰਾਂ ਨਾਲ ਵੇਖਿਆ, ਜਿਵੇਂ ਉਸ ਦੀ ਪੋਰੀ ਪੋਰੀ ਟੋਹ ਰਹੀ ਹੋਵੇ। ਇਸ ਵੇਲੇ ਮਾਲਣ ਦੀਆਂ ਤੱਕਾਂ ਤੋਂ ਕੋਈ ਨਤੀਜਾ ਨਹੀਂ ਸੀ ਕੱਢਿਆ ਜਾ ਸਕਦਾ ਕਿ ਉਸ ਦੇ ਭਾਵ ਕੀ ਚਾਹੁੰਦੇ ਹਨ।